ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੱਲ ਤੋਂ ਲੱਗਣਗੀਆਂ ਓਨਟਾਰੀਓ ਦੇ ਵਿੱਚ ਪਾਬੰਦੀਆਂ। ਇਸ ਵਾਰ ਦਾ ਕ੍ਰਿਸਮਸ ਹੈ ਆਮ ਨਾਲੋਂ ਵੱਖ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ। ਹੈਮਿਲਟਨ ਸਟੀਲ ਫੈਕਟਰੀ ਦੇ ਵਿੱਚ ਵਾਪਰਿਆ ਹਾਦਸਾ, ਬਲਾਸਟ ਦੇ ਵਿੱਚ ਨਹੀਂ ਹੋਇਆ ਕੋਈ ਜਾਨੀ ਨੁਕਸਾਨ। ਅਮਰੀਕਾ ਦੇ ਵਿੱਚ ਖੇਤੀ ਕਾਨੂੰਨਾਂ ਖਿਲਾਫ ਵੱਡਾ ਕਦਮ, ਕਿਹਾ ਪੋਂਪੀਓ ਦੇਣ ਇਸ ਦੇ ਵਿੱਚ ਦਖਲ। ਜੋ ਬਾਈਡਨ ਦਾ ਕ੍ਰਿਸਮਸ ਮੌਕੇ ਖਾਸ ਸੁਨੇਹਾ, ਕਿਹਾ ਆਓ ਕਰੀਏ ਬਾਕੀਆਂ ਦੀ ਮਦਦ। ਓਨਟਾਰੀਓ ਦੇ ਵਿੱਚ ਕੱਲ ਤੋਂ ਪਾਬੰਦੀਆਂ ਲੱਗਣ ਜਾ ਰਹੀਆਂ ਹਨ। ਪ੍ਰੀਮੀਅਰ ਡਗ ਫੋਰਡ ਵੱਲੋਂ ਪਹਿਲਾਂ ਹੀ ਇਸ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ 26 ਦਸੰਬਰ ਤੋਂ ਇਹ ਰਿਸਟ੍ਰਿਕਸ਼ਨਸ ਜਾਣੀ ਲਾਕਡਾਊਨ ਓਨਟਾਰੀਓ ਦੇ ਵਿੱਚ ਲੱਗੇਗਾ, ਕਿਉਂਕਿ ਰੋਜ਼ਾਨਾ 2000 ਤੋਂ ਜ਼ਿਆਦਾ ਮਾਮਲੇ ਇੱਥੇ ਰਿਪੋਰਟ ਕੀਤੇ ਜਾ ਰਹੇ ਹਨ। ਕ੍ਰਿਸਮਸ ਦੇ ਤਿਉਹਾਰ ਦੀ ਜੇਕਰ ਗੱਲ ਕਰੀਏ ਤਾਂ ਆਮ ਸਾਲਾਂ ਨਾਲੋਂ ਕਾਫੀ ਜ਼ਿਆਦਾ ਵੱਖ ਇਸ ਵਾਰ ਦਾ ਤਿਉਹਾਰ ਕੈਨੇਡਾ ਪੂਰੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕੱਲ ਤੋਂ ਓਨਟਾਰੀਓ ਦੇ ਵਿੱਚ ਪਾਬੰਦੀਆਂ ਲੱਗਣ ਜਾ ਰਹੀਆਂ ਹਨ ਤੇ ਇਸ ਵਾਰ ਦਾ ਕ੍ਰਿਸਮਸ ਆਮ ਨਾਲੋਂ ਵੱਖਰਾ ਹੈ। ਇਸ ਵਾਰ ਦਾ ਕ੍ਰਿਸਮਸ ਆਮ ਸਾਲਾਂ ਨਾਲੋਂ ਇਸ ਲਈ ਵੱਖਰਾ ਹੈ ਕਿਉਂਕਿ ਇਸ ਵਾਰ ਕੋਵਿਡ-19 ਦੇ ਚੱਲਦਿਆਂ ਕਈ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ। ਕੈਨੇਡਾ ਦੇ ਓਨਟਾਰੀਓ ਦੇ ਵਿੱਚ ਲਾਕਡਾਊਨ ਕਾਰਨ ਬਹੁਤੇ ਲੋਕਾਂ ਨੂੰ ਕ੍ਰਿਸਮਸ ਦੇ ਜਸ਼ਨ ਜਾਣੀ ਕਿ ਸਮਾਗਮ ਰੱਦ ਕਰਨੇ ਪਏ। ਟੋਰਾਂਟੋ ਦੇ ਵਿੱਚ ਕੱਲ ਤੋਂ ਜਾਣੀ ਕਿ 26 ਦਸੰਬਰ ਤੋਂ ਤਾਲਾਬੰਦੀ ਲੱਗਣ ਜਾ ਰਹੀ ਹੈ। ਪ੍ਰੀਮੀਅਰ ਡਗ ਫੋਰਡ ਵੱਲੋਂ ਪਹਿਲਾਂ ਹੀ ਇਸ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਚਾਹੇ ਇੱਕ ਦਿਨ ਬਾਅਦ ਪਾਬੰਦੀਆਂ ਲੱਗਣਗੀਆਂ, ਪਰ ਫਿਰ ਵੀ ਕ੍ਰਿਸਮਸ ਦੇ ਮੌਕੇ ਦੇ ਉੱਪਰ ਲੋਕ ਗੈਦਰਿੰਗ ਨਾ ਕਰਨ। ਲੋਕ ਰੰਗ ਬਿਰੰਗੀਆਂ ਰੌਸ਼ਨੀ ਦੇ ਨਾਲ ਸਜੇ ਬਾਜ਼ਾਰਾਂ ਨੂੰ ਦੇਖਣ ਦੇ ਲਈ ਪਹਿਲਾਂ ਹੀ ਸ਼ਾਪਿੰਗ ਕਰਦੇ ਦਿਖਾਈ ਦਿੱਤੇ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਡਗ ਫੋਰਡ ਆਪਣਾ ਵਿਚਾਰ ਬਦਲ ਸਕਦੇ ਹਨ, ਕਿਉਂਕਿ ਫੈਸਟੀਵਲ ਮੌਸਮ ਦੇ ਵਿੱਚ ਹੀ ਬਾਜ਼ਾਰਾਂ ਨੂੰ ਕਾਫੀ ਕਮਾਈ ਹੁੰਦੀ ਹੈ ਅਤੇ ਉਹ ਸਾਰਾ ਸਾਲ ਤਿਉਹਾਰਾਂ ਨੂੰ ਹੀ ਉਡੀਕਦੇ ਹਨ। ਉਹਨਾਂ ਦੱਸਿਆ ਕਿ ਐਲਾਨ ਤੋਂ ਬਹੁਤ ਪਹਿਲਾਂ ਹੀ ਲੋਕਾਂ ਨੇ ਖੇਡਣ ਵਾਲੀਆਂ ਥਾਵਾਂ ਤੇ ਟਿਕਟਾਂ ਬੁੱਕ ਕਰ ਲਈਆਂ ਸਨ ਅਤੇ ਲੋਕ ਪਰਿਵਾਰਾਂ ਦੇ ਨਾਲ ਬਾਹਰ ਖਾਣ ਪੀਣ ਦੀ ਤਿਆਰੀ ਦੇ ਵਿੱਚ ਸਨ। ਲੋਕਾਂ ਨੇ ਦੱਸਿਆ ਕਿ ਉਹਨਾਂ ਦੀਆਂ ਛੁੱਟੀਆਂ ਬਰਬਾਦ ਜਾਣਗੀਆਂ। ਪੋਲਰ ਡਰਾਈਵ ਦੀ ਵਰਕਰ ਨੇ ਦੱਸਿਆ ਹੈ ਕਿ ਉਹਨਾਂ ਕੋਲ ਜਨਵਰੀ ਤੱਕ ਦੀਆਂ ਬੁਕਿੰਗ ਸਨ, ਪਰ 26 ਦਸੰਬਰ ਦੇ ਲਈ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਬਹੁਤ ਸਾਰੀਆਂ ਯੋਜਨਾਵਾਂ ਜਾਣੀ ਕਿ ਪਲਾਨਸ ਨੂੰ ਰੱਦ ਕਰ ਦਿੱਤਾ ਗਿਆ। ਦੱਸ ਦਈਏ ਕਿ ਕੋਵਿਡ-19 ਦੇ ਚੱਲਦਿਆਂ ਹੀ ਇਹ ਪਾਬੰਦੀਆਂ ਵਾਲਾ ਕਦਮ ਚੁੱਕਿਆ ਗਿਆ ਕਿਉਂਕਿ ਓਨਟਾਰੀਓ ਦੇ ਵਿੱਚ ਰੋਜ਼ਾਨਾ 2000 ਤੋਂ ਜ਼ਿਆਦਾ ਮਾਮਲੇ ਰਿਪੋਰਟ ਹੋ ਰਹੇ ਸਨ, ਜੋ ਕਿ ਸਿਹਤ ਮਾਹਿਰਾਂ ਵਾਸਤੇ ਚਿੰਤਾ ਦਾ ਵਿਸ਼ਾ ਬਣੇ ਸਨ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਕ੍ਰਿਸਮਸ ਦੇ ਮੌਕੇ ਖਾਸ ਸੰਦੇਸ਼ ਸਾਂਝਾ ਕੀਤਾ ਗਿਆ। ਉਹਨਾਂ ਕਿਹਾ ਕਿ ਕਰੋਨਾ ਵਾਇਰਸ ਦਾ ਅਸਰ ਕਈ ਚੀਜ਼ਾਂ ਦੇ ਉੱਪਰ ਵੀ ਪਿਆ ਹੈ। ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀ ਗਈਆਂ ਜਾਂ ਹੋਰ ਵੀ ਇਸ ਦੇ ਬਹੁਤ ਸਾਰੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਨੇ। ਉਹਨਾਂ ਕਿਹਾ ਕਿ ਹੁਣ ਜ਼ਰੂਰਤ ਦਾ ਸਮਾਂ ਹੈ ਕਿ ਅਸੀਂ ਦੂਸਰਿਆਂ ਦੀ ਮਦਦ ਕਰੀਏ। ਨਾਲ ਹੀ ਜੋ ਬਾਈਡਨ ਦੀ ਪਤਨੀ ਵੀ ਇਸ ਸੁਨੇਹੇ ਦੇਣ ਦੇ ਵਿੱਚ ਸ਼ਾਮਿਲ ਸਨ। ਸੁਣਾਉਂਦੇ ਹਾਂ ਤੁਹਾਨੂੰ ਉਹਨਾਂ ਦਾ ਸੁਨੇਹਾ। ਕ੍ਰਿਸਮਸ ਦੀ ਵਧਾਈ ਦਿੱਤੀ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਅਤੇ ਉਹਨਾਂ ਦੀ ਪਤਨੀ ਵੀ ਇਸ ਮੌਕੇ ਉਹਨਾਂ ਦੇ ਨਾਲ ਮੌਜੂਦ ਸੀ। ਉਹਨਾਂ ਕਿਹਾ ਕਿ ਇਸ ਸਾਲ ਕਈ ਲੋਕਾਂ ਨੇ ਕੋਵਿਡ ਦੇ ਚੱਲਦਿਆਂ ਆਪਣੀ ਨੌਕਰੀ ਗਵਾਈ। ਕਈ ਤਰ੍ਹਾਂ ਦਾ ਅਸਰ ਜ਼ਿੰਦਗੀਆਂ ਦੇ ਉੱਪਰ ਦੇਖਣ ਨੂੰ ਮਿਲਿਆ। ਨਾਲ ਹੀ ਉਹਨਾਂ ਕਿਹਾ ਕਿ ਆਓ ਅਸੀਂ ਇਹਨਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰੀਏ। ਜੋ ਬਾਈਡਨ ਦੀ ਪਤਨੀ ਵੀ ਇਸ ਮੌਕੇ ਦੇ ਉੱਪਰ ਖਾਸ ਸੁਨੇਹਾ ਦਿੰਦੀ ਹੋਈ ਨਜ਼ਰ ਆਈ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਕੀ ਉਹਨਾਂ ਵੱਲੋਂ ਕਿਹਾ ਗਿਆ। Merry Christmas, happy holidays. Jill and I wish you and your family peace, joy, health, and happiness this season. But we know for so many of you in our nation, this has been a very difficult year. And we're reminded in this season of hope, our common humanity, and what we're called to do for one another. Many of our fellow Americans are struggling to find work, literally put food on the table, pay their rent or their mortgage. We're reminded we're on this earth to care for one another, to give what we can, and to be a source of help and hope to friend and stranger alike. Many families are facing their first Christmas, having lost a loved one. And Joe and I know that sorrow. And we know how in times of grief, a kind word can mean so much. This is also a season of gratitude, and we're so thankful for the frontline and essential workers who have put themselves at risk for all of us, and for the scientists and researchers who have worked to deliver vaccines that are an incredible scientific breakthrough. And we're thinking of our service members who are far from home and the loved ones who miss them. Our family knows your sacrifice, and our hearts are with you.
For the Bidens, we usually have 20 to 25 people over Christmas Eve for dinner, but not this year. We're going to miss our family, but it's what we need to do to keep our family safe. We hope you'll consider limiting travel and the size of family gatherings as well this year. Even as our celebrations are dimmed, we know that this won't be forever, and brighter days are coming soon. On this holy day, we remember that love and joy can be shared across the farthest distances. We celebrate apart, but not alone, and look forward to next year, when we can come together with renewed appreciation for the people and the traditions we love. So from our family to yours, Merry Christmas and happy holidays. ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਉਹਨਾਂ ਦੇ ਪਤੀ ਵੱਲੋਂ ਵੀ ਕ੍ਰਿਸਮਸ ਮੌਕੇ ਸੁਨੇਹਾ ਸਾਂਝਾ ਕੀਤਾ ਗਿਆ ਹੈ, ਜਿਨ੍ਹਾਂ ਨੇ ਕ੍ਰਿਸਮਸ ਮੌਕੇ ਜੋ ਅਮਰੀਕਨਸ ਨੂੰ ਮੁਬਾਰਕਬਾਦ ਆਖੀ ਹੈ। ਉਹਨਾਂ ਕਿਹਾ ਕਿ ਆਮ ਸਾਲਾਂ ਦੇ ਨਾਲੋਂ ਇਸ ਵਾਰ ਦਾ ਤਿਉਹਾਰ ਕਾਫੀ ਵੱਖਰਾ ਹੈ, ਪਰ ਅਜਿਹੇ ਦੇ ਵਿੱਚ ਵੀ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਖੁਸ਼ੀ ਮਨਾ ਸਕਦੇ ਹਾਂ ਤੇ ਸਾਂਝ ਪਾ ਸਕਦੇ ਹਾਂ। ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਡਗ ਐਮਹੌਫ ਨੇ ਕ੍ਰਿਸਮਸ ਮੌਕੇ ਖੁਸ਼ੀ ਸਾਂਝੀ ਕੀਤੀ। ਉਹਨਾਂ ਵੱਲੋਂ ਖਾਸ ਸੁਨੇਹਾ ਦਿੱਤਾ ਗਿਆ, ਜਿੱਥੇ ਉਹਨਾਂ ਕਿਹਾ ਕਿ ਇਸ ਵਾਰ ਦਾ ਕ੍ਰਿਸਮਸ ਆਮ ਨਾਲੋਂ ਵੱਖਰਾ ਹੈ, ਪਰ ਫਿਰ ਵੀ ਸਾਡੇ ਕੋਲ ਮੌਕਾ ਹੈ ਕਿ ਅਸੀਂ ਆਪਣਿਆਂ ਦੇ ਨਾਲ ਖੁਸ਼ੀ ਦੀ ਸਾਂਝ ਪਾ ਸਕੀਏ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਹੋਰ ਉਹਨਾਂ ਵੱਲੋਂ ਕਿਸ ਗੱਲ ਦਾ ਜ਼ਿਕਰ ਕੀਤਾ ਗਿਆ। Merry Christmas, everybody. I know this is a very different Christmas than we're used to, but it is a time to still greet each other, to see each other, and to celebrate each other. And I know everyone has their traditions that they normally do each year, and they're going to be different this year. I know we have our tradition. We have our famous brunch that we do with our family, and we're not going to be able to do that this year. Where I know you love making your mom's recipe for chili relleno, and I know we're not going to be able to do that this year. No, I'm going to do it, Dougie. I'm just going to make it a lot smaller. But we can't. There's so many families who are having the same experience of, it's going to be a much smaller, situation. And I think about all of the families who also are going to have like Joe says, an empty chair at the table because of someone they've lost. The food lines we're seeing all over the country. Right. And so many people who become unemployed and how they're going to be able to, buy gifts for their children. And, but this is a time we celebrate Christmas. We celebrate the birth of Jesus. We celebrate, the hope of this moment. It's the spirit of knowing the power that we each have to leave the world better than we found it. We're thinking too of the frontline healthcare workers who are just putting their lives on the line right now for us, aren't they? And our military service members. Right. So many people, and our thoughts, of course, and our prayers go to them, and with thanks. And Right. So we're gonna get through this moment, and we're gonna get past this moment. And we know that it's not going to be like this. And next year at this time, I strongly believe that we're all going to be together and celebrating and just enjoying those same traditions that we always have, right? Yes. So Merry Christmas, everybody. And have a happy New Year too. ਮਾਮਲਾ ਸਕਾਰਬਰੋ ਤੋਂ ਸਾਹਮਣੇ ਆਇਆ, ਜਿੱਥੇ ਕੇਅਰ ਸੈਂਟਰ ਦੇ ਕਈ ਜਾਣੇ ਕੋਵਿਡ-19 ਪੋਜ਼ਿਟਿਵ ਪਾਏ ਗਏ ਹਨ। ਦੱਸ ਦਈਏ ਕਿ ਅਜੇ ਵੀ ਬਹੁਤ ਜ਼ਿਆਦਾ ਅਜਿਹੇ ਮਾਮਲੇ ਕੋਵਿਡ-19 ਦੇ ਇੱਕਦਮ ਸਾਹਮਣੇ ਆ ਜਾਂਦੇ ਨੇ, ਜਿਸ ਦੇ ਨਾਲ ਸਿਹਤ ਮਾਹਿਰਾਂ ਵਾਸਤੇ ਵੀ ਇਹ ਚਿੰਤਾ ਦਾ ਵਿਸ਼ਾ ਬਣ ਜਾਂਦੇ ਨੇ। ਕੋਵਿਡ-19 ਦਾ ਨਵਾਂ ਸਟ੍ਰੇਨ ਬ੍ਰਿਟੇਨ ਦੇ ਵਿੱਚ ਮਿਲਿਆ। ਇਸ ਤੋਂ ਬਾਅਦ ਵਾਇਰਸ ਦਾ ਪ੍ਰਭਾਵ ਵਧਣ ਲੱਗਿਆ ਤੇ ਨਾਲ ਹੀ ਕੇਸਿਸ ਦੀ ਗਿਣਤੀ ਵੀ ਵਧੀ। ਇੱਥੇ ਯਾਤਰੀਆਂ ਦਾ ਕਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ। ਅਮਰੀਕਾ ਨੇ ਬ੍ਰਿਟੇਨ ਦੇ ਹਵਾਈ ਯਾਤਰੀਆਂ ਦੇ ਲਈ ਨੈਗੇਟਿਵ ਕਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਬ੍ਰਿਟੇਨ ਦੇ ਵਿੱਚ ਕਰੋਨਾ ਦਾ ਨਵਾਂ ਵੇਰੀਐਂਟ ਮਿਲਣ ਪਿੱਛੋਂ ਇੱਕ ਕਦਮ ਚੁੱਕਿਆ ਗਿਆ। ਅਮਰੀਕੀ ਸਿਹਤ ਏਜੰਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਦੱਸਿਆ ਕਿ ਬ੍ਰਿਟਿਸ਼ ਯਾਤਰੀਆਂ ਨੂੰ ਨੈਗੇਟਿਵ ਟੈਸਟ ਦਾ ਨਤੀਜਾ ਏਅਰਲਾਈਨਸ ਨੂੰ ਮੁਹੱਈਆ ਕਰਵਾਉਣਾ ਹੋਵੇਗਾ। ਇਹ ਨਵਾਂ ਆਦੇਸ਼ ਸੋਮਵਾਰ ਤੋਂ ਲਾਗੂ ਹੋਵੇਗਾ। ਯੂਰਪੀ ਦੇਸ਼ਾਂ ਦੇ ਵਿੱਚ ਬੀਤੇ 24 ਘੰਟਿਆਂ ਦੌਰਾਨ 39,036 ਨਵੇਂ ਕੋਵਿਡ ਮਰੀਜ਼ ਸਾਹਮਣੇ ਆਏ। ਇਸ ਦੌਰਾਨ 574 ਪੀੜਤਾਂ ਦੀ ਮੌਤ ਹੋਈ। ਇੱਕ ਦਿਨ ਪਹਿਲਾਂ ਵੀ 39,000 ਤੋਂ ਜ਼ਿਆਦਾ ਮਾਮਲੇ ਮਿਲੇ ਸਨ, ਜਦਕਿ ਰਿਕਾਰਡ 744 ਮਰੀਜ਼ਾਂ ਨੇ ਦਮ ਤੋੜਿਆ ਸੀ।
ਇਸ ਸਾਲ ਅਪ੍ਰੈਲ ਮਹੀਨੇ ਪਿੱਛੋਂ ਪਹਿਲੀ ਵਾਰ ਇੱਕ ਦਿਨ ਦੇ ਵਿੱਚ ਇੰਨੀ ਵੱਡੀ ਗਿਣਤੀ 'ਚ ਰੋਗੀਆਂ ਦੀ ਜਾਨ ਗਈ ਹੈ। ਜੋ ਨਵਾਂ ਰੂਪ ਕੋਵਿਡ-19 ਦਾ ਬ੍ਰਿਟੇਨ ਦੇ ਵਿੱਚ ਮਿਲਿਆ, ਇਸੇ ਦੇ ਚੱਲਦਿਆਂ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ। ਕੋਰੋਨਾ ਦਾ ਇਹ ਨਵਾਂ ਵੇਰੀਐਂਟ 70% ਜ਼ਿਆਦਾ ਪ੍ਰਭਾਵੀ ਦੱਸਿਆ ਜਾ ਰਿਹਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਗੱਲ ਦੀ ਸਾਂਝ ਪਾਈ ਸੀ, ਜਿੱਥੇ ਉਹਨਾਂ ਦੱਸਿਆ ਸੀ ਕਿ ਇਹ ਵੇਰੀਐਂਟ ਕਾਫੀ ਤੇਜ਼ੀ ਦੇ ਨਾਲ ਫੈਲਦਾ ਨਜ਼ਰ ਆ ਰਿਹਾ ਹੈ। ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵਸਦੇ ਪੰਜਾਬੀ ਜਾਂ ਭਾਰਤੀ ਮੂਲ ਦੇ ਵਿਅਕਤੀ ਲਗਾਤਾਰ ਕਿਸਾਨ ਅੰਦੋਲਨ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਨੇ। ਜਾਣੀ ਖੇਤੀ ਕਾਨੂੰਨਾਂ ਦਾ ਵਿਰੋਧ ਉਹਨਾਂ ਵੱਲੋਂ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੀ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਵਿੱਚ ਹੀ ਅਜਿਹਾ ਵੱਡਾ ਕਦਮ ਕਿਸਾਨ ਅੰਦੋਲਨ ਨੂੰ ਲੈ ਕੇ ਚੱਕਿਆ ਗਿਆ ਹੈ, ਜਿੱਥੇ ਅਮਰੀਕਾ ਦੇ ਵਿੱਚ ਜੋ ਭਾਰਤੀ ਮੂਲ ਦੇ ਐਮਪੀਜ਼ ਨੇ ਉਹਨਾਂ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ, ਜਿੱਥੇ ਉਹਨਾਂ ਕਿਹਾ ਹੈ ਕਿ ਭਾਰਤ ਦੇ ਕੋਲ ਵਿਦੇਸ਼ ਮੰਤਰਾਲੇ ਦੇ ਕੋਲ ਕਿਸਾਨਾਂ ਦਾ ਮੁੱਦਾ ਚੁੱਕਿਆ ਜਾਵੇ। ਅਮਰੀਕਾ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ। ਸੰਸਦ ਮੈਂਬਰਾਂ ਨੇ ਪੋਂਪੀਓ ਨੂੰ ਦਖਲ ਦੇਣ ਦੇ ਲਈ ਕਿਹਾ ਹੈ। ਵਿਦੇਸ਼ਾਂ ਦੀ ਧਰਤੀ ਦੇ ਉੱਪਰ ਲਗਾਤਾਰ ਕਿਸਾਨ ਅੰਦੋਲਨ ਦੇ ਲਈ ਆਵਾਜ਼ ਚੁੱਕੀ ਜਾ ਰਹੀ ਹੈ। ਹੁਣ ਅਮਰੀਕਾ ਦੇ ਵਿੱਚ ਖੇਤੀ ਕਾਨੂੰਨਾਂ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਤੇ ਸੰਸਦ ਮੈਂਬਰਾਂ ਨੇ ਮਾਈਕ ਪੋਂਪੀਓ ਨੂੰ ਕਿਹਾ ਹੈ ਕਿ ਉਹ ਕਿਸਾਨ ਅੰਦੋਲਨ ਦੇ ਵਿੱਚ ਦਖਲ ਦੇਣ। ਦਰਅਸਲ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਸਮੇਤ ਅਮਰੀਕਾ ਦੇ 7 ਪ੍ਰਭਾਵਸ਼ਾਲੀ ਐਮਪੀਜ਼ ਨੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਚਿੱਠੀ ਲਿਖੀ, ਜਿਸ ਵਿੱਚ ਬੇਨਤੀ ਕੀਤੀ ਕਿ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਉਹ ਭਾਰਤ ਦੇ ਵਿਦੇਸ਼ ਮੰਤਰੀ ਕੋਲ ਉਠਾਉਣ। ਅਮਰੀਕੀ ਸੰਸਦ ਮੈਂਬਰਾਂ ਵੱਲੋਂ ਪੋਂਪੀਓ ਨੂੰ ਲਿਖੀ ਚਿੱਠੀ ਦੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਨਾਲ ਜੁੜਿਆ ਇਹ ਮੁੱਦਾ ਅਮਰੀਕੀ ਸਿੱਖਾਂ ਦੇ ਲਈ ਚਿੰਤਾ ਦਾ ਇੱਕ ਮੇਜਰ ਕਾਰਨ ਹੈ ਅਤੇ ਇਹ ਹੋਰ ਸੂਬਿਆਂ ਦੇ ਵਿੱਚ ਵਸਦੇ ਪ੍ਰਵਾਸੀ ਭਾਰਤੀਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਚਿੱਠੀ ਉੱਤੇ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਸਮੇਤ ਕਈਆਂ ਵੱਲੋਂ ਦਸਤਖਤ ਜਾਣੀ ਕਿ ਸਾਈਨ ਕੀਤੇ ਗਏ ਹਨ। ਦੱਸੀਏ ਕਿ ਭਾਰਤ ਦੇ ਵਿੱਚ ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਜਿਸ ਦੇ ਚੱਲਦਿਆਂ ਦਿੱਲੀ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ ਤੇ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉਧਰ ਵਿਦੇਸ਼ਾਂ ਦੇ ਵਿੱਚ ਵੀ ਲਗਾਤਾਰ ਇਸ ਦਾ ਮੁੱਦਾ ਗੂੰਜਦਾ ਦਿਖਾਈ ਦਿੰਦਾ ਹੈ, ਜਿੱਥੇ ਆਏ ਦਿਨ ਕਿਸਾਨਾਂ ਦੇ ਹੱਕ ਦੇ ਵਿੱਚ ਰੈਲੀਆਂ ਕੀਤੀਆਂ ਜਾਂਦੀਆਂ ਨੇ, ਪ੍ਰੋਟੈਸਟ ਕੀਤੇ ਜਾ ਰਹੇ ਨੇ ਤੇ ਵੱਖ-ਵੱਖ ਤਰੀਕੇ ਦੇ ਨਾਲ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਮਾਮਲਾ ਅਮਰੀਕਾ ਦੇ ਲਾਸ ਐਂਜਲਸ ਤੋਂ ਸਾਹਮਣੇ ਆਇਆ, ਜਿੱਥੇ ਇੱਕ ਸਟੋਰ ਦੇ ਵਿੱਚ ਔਰਤ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਜੋ ਇਸ ਮੌਕੇ ਵਿਟਨੈਸ ਮੌਜੂਦ ਸਨ, ਉਹਨਾਂ ਵੱਲੋਂ ਵੀ ਜਾਣਕਾਰੀ ਇਸ ਦੇ ਨਾਲ ਸੰਬੰਧਿਤ ਅਹਿਮ ਸਾਂਝੀ ਕੀਤੀ ਗਈ ਹੈ। ਪੁਲਿਸ ਵੱਲੋਂ ਵੀ ਇਸ ਮਾਮਲੇ ਬਾਰੇ ਦੱਸਿਆ ਗਿਆ ਹੈ। ਘਟਨਾ ਲਾਸ ਐਂਜਲਸ ਦੇ ਸਟੋਰ ਤੋਂ ਸਾਹਮਣੇ ਆਈ, ਜਿੱਥੇ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ। ਇਸ ਦੀ ਜਾਣਕਾਰੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ, ਜਿਸ ਤਹਿਤ ਉਹਨਾਂ ਦੱਸਿਆ ਕਿ ਲਾਸ ਐਂਜਲਸ ਕਾਉਂਟੀ ਦੇ ਵਿੱਚ ਕੋਹਲ ਦੇ ਡਿਪਾਰਟਮੈਂਟ ਸਟੋਰ ਦੇ ਵਿੱਚ ਹੋਏ ਝਗੜੇ ਦੌਰਾਨ ਇੱਕ ਔਰਤ ਨੂੰ ਕਥਿਤ ਤੌਰ ਦੇ ਉੱਪਰ ਗੋਲੀ ਮਾਰ ਕੇ ਦੋਸ਼ੀ ਵਿਅਕਤੀ ਘਟਨਾ ਸਥਾਨ ਤੋਂ ਫਰਾਰ ਹੋਣ ਦੇ ਵਿੱਚ ਸਫਲ ਹੋ ਗਿਆ। ਇਸ ਦੌਰਾਨ ਵਿਟਨੈਸ ਨੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਇੱਕ ਆਦਮੀ ਅਤੇ ਔਰਤ ਸਟੋਰ ਦੇ ਵਿੱਚ ਬਹਿਸ ਕਰ ਰਹੇ ਸਨ ਅਤੇ ਇਸ ਦੌਰਾਨ ਆਦਮੀ ਨੇ ਇੱਕ ਬੰਦੂਕ ਦੁਆਰਾ ਔਰਤ ਨੂੰ ਗੋਲੀ ਮਾਰ ਦਿੱਤੀ ਅਤੇ ਪ੍ਰਾਇਮਰੀ ਕੇਅਰ ਕਰਨ ਵਾਲਿਆਂ ਦੁਆਰਾ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਹ ਘਟਨਾ ਲਾਸ ਐਂਜਲਸ ਤੋਂ ਲਗਭਗ 20 ਮੀਲ ਸਾਊਥ ਈਸਟ ਦੇ ਵਿੱਚ ਵਾਟੀਅਰ ਸ਼ਹਿਰ ਦੇ ਵਿਟਵੁੱਡ ਟਾਊਨ ਸੈਂਟਰ ਦੇ ਵਿੱਚ ਸ਼ਾਮ ਨੂੰ ਵਾਪਰੀ ਅਤੇ ਗੋਲੀ ਚੱਲਣ ਦੀ ਸੂਚਨਾ ਮਿਲਣ ਉਪਰੰਤ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀ ਘਟਨਾ ਵਾਲੇ ਸਥਾਨ ਦੇ ਉੱਪਰ ਪਹੁੰਚੇ। ਮ੍ਰਿਤਕ ਔਰਤ ਦੀ ਜਨਤਕ ਤੌਰ ਦੇ ਉੱਪਰ ਪਛਾਣ ਸਿਰਫ 45 ਸਾਲ ਦੀ ਇੱਕ ਸਪੈਨਿਸ਼ ਜਨਾਨੀ ਜਾਣੀ ਕਿ ਔਰਤ ਵਜੋਂ ਹੋਈ ਹੈ, ਜਦਕਿ ਅਧਿਕਾਰੀਆਂ ਦੁਆਰਾ ਕਿਸੇ ਸ਼ੱਕੀ ਵਿਅਕਤੀ ਦਾ ਨਾਮ ਅਜੇ ਨਹੀਂ ਲਿਆ ਗਿਆ ਤੇ ਪੂਰੇ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਟੋਰਾਂਟੋ ਵਾਸੀਆਂ ਨੂੰ ਕ੍ਰਿਸਮਸ ਤੋਂ ਪਹਿਲਾਂ ਇੱਕ ਖਾਸ ਤੋਹਫਾ ਮਿਲਿਆ। ਇਹ ਤੋਹਫਾ ਚਿੱਟੇ ਰੰਗ ਦਾ, ਜਾਣੀ ਕਿ ਜੋ ਬਰਫ਼ਬਾਰੀ ਹੋਈ ਹੈ ਟੋਰਾਂਟੋ ਦੇ ਵਿੱਚ, ਭਵਿੱਖਬਾਣੀ ਵੀ ਵਾਤਾਵਰਣ ਕੈਨੇਡਾ ਵੱਲੋਂ ਕੀਤੀ ਗਈ ਸੀ ਕਿ ਕ੍ਰਿਸਮਸ ਤੋਂ ਪਹਿਲਾਂ ਇੱਥੇ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਬਰਫ਼ਬਾਰੀ ਵੀ ਹੋਏਗੀ। ਅਜਿਹਾ ਹੀ ਹੋਇਆ ਹੈ। ਸੋ ਇਸ ਦੇ ਵਿੱਚ ਪਹਿਲਾਂ ਹੀ ਅਪੀਲ ਕਰ ਦਿੱਤੀ ਗਈ ਸੀ ਕਿ ਖਾਸ ਕਰ ਜੋ ਰੋਡ ਦੇ ਉੱਪਰ ਜਾਣ ਵਾਲੇ ਨੇ ਜਾਣੀ ਡਰਾਈਵਰਸ ਨੇ, ਉਹ ਧਿਆਨ ਜ਼ਰੂਰ ਦੇਣ, ਕਿਉਂਕਿ ਅਜਿਹੇ ਮੌਕੇ ਦੇ ਉੱਪਰ ਰਸਤਿਆਂ ਦੇ ਉੱਪਰ ਕਾਫੀ ਜ਼ਿਆਦਾ ਤਿਲਕਣ ਹੁੰਦੀ ਹੈ, ਹਾਦਸਾ ਵਾਪਰਨ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ। ਟੋਰਾਂਟੋ ਵਾਸੀਆਂ ਨੂੰ ਕੁਦਰਤ ਨੇ ਕ੍ਰਿਸਮਸ ਤੋਂ ਪਹਿਲਾਂ ਇੱਕ ਤੋਹਫਾ ਦਿੱਤਾ ਹੈ। ਇਹ ਤੋਹਫਾ ਹੈ ਚਿੱਟੀ ਕ੍ਰਿਸਮਸ। ਅਸਲ ਦੇ ਵਿੱਚ ਕੈਨੇਡਾ 'ਚ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਬਰਫ਼ਬਾਰੀ ਹੋਈ ਹੈ ਅਤੇ ਲੋਕਾਂ ਨੂੰ ਇਸ ਵਾਰ ਕ੍ਰਿਸਮਸ ਦਾ ਚਿੱਟਾ ਤੋਹਫਾ ਮਿਲਿਆ ਹੈ। ਟੋਰਾਂਟੋ ਵਾਸੀਆਂ ਵੱਲੋਂ ਇਸ ਮੌਕੇ ਆਪਣੀ ਖੁਸ਼ੀ ਪ੍ਰਗਟ ਕੀਤੀ ਗਈ, ਜਿੱਥੇ ਉਹਨਾਂ ਕਿਹਾ ਕਿ ਪੂਰਾ GTA ਬਰਫ਼ ਦੀ ਚਾਦਰ ਦੇ ਨਾਲ ਢੱਕ ਗਿਆ ਹੈ। ਕੁਝ ਦਿਨ ਪਹਿਲਾਂ ਵਾਤਾਵਰਣ ਕੈਨੇਡਾ ਨੇ ਕਿਹਾ ਸੀ ਕਿ ਕ੍ਰਿਸਮਸ ਤੱਕ ਸੂਬੇ ਵਿੱਚ ਬਰਫੀਲਾ ਤੂਫਾਨ ਆ ਸਕਦਾ ਹੈ ਤੇ ਭਾਰੀ ਮੀਂਹ ਵੀ ਪਵੇਗਾ। ਲੋਕਾਂ ਨੇ ਬਰਫ਼ ਦੇ ਨਾਲ ਸਨੋਮੈਨ ਅਤੇ ਸੈਂਟਾ ਕਲੌਜ਼ ਬਣਾਏ। ਲੋਕਾਂ ਨੇ ਦੱਸਿਆ ਕਿ ਉਂਝ ਤਾਂ ਕ੍ਰਿਸਮਸ ਉਹਨਾਂ ਦੇ ਲਈ ਹਮੇਸ਼ਾ ਖੁਸ਼ੀ ਵਾਲਾ ਤਿਉਹਾਰ ਹੁੰਦਾ ਹੈ, ਪਰ ਜੇ ਇਸ ਦਿਨ ਬਰਫ਼ ਪੈ ਜਾਵੇ ਤਾਂ ਨਜ਼ਾਰਾ ਵਧੀਆ ਹੋ ਜਾਂਦਾ ਹੈ।
ਸਵੇਰ ਸਮੇਂ ਤਾਂ ਹਲਕੀ ਬਾਰਿਸ਼ ਦੇ ਨਾਲ ਸ਼ੁਰੂਆਤ ਹੋਈ ਸੀ, ਪਰ ਹੌਲੀ-ਹੌਲੀ ਸ਼ਾਮ ਤੱਕ ਇਹ ਤੇਜ਼ ਹੋਣ ਦੇ ਆਸਾਰ ਸਨ। ਟੋਰਾਂਟੋ ਆਵਾਜਾਈ ਵਿਭਾਗ ਵੱਲੋਂ ਲੋਕਾਂ ਨੂੰ ਸਫ਼ਰ ਦੌਰਾਨ ਵਧੇਰੇ ਧਿਆਨ ਰੱਖਣ ਅਤੇ ਵਾਹਨਾਂ ਨੂੰ ਸਾਵਧਾਨੀ ਦੇ ਨਾਲ ਚਲਾਉਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਦੱਸ ਦਈਏ ਕਿ ਟੋਰਾਂਟੋ ਦੇ ਵਿੱਚ ਪਾਬੰਦੀਆਂ ਲੱਗੀਆਂ ਹੋਈਆਂ ਨੇ, ਜਿੱਥੇ ਕਿਹਾ ਗਿਆ ਹੈ ਕਿ ਲੋਕ ਜ਼ਰੂਰਤ ਵੇਲੇ ਹੀ ਘਰਾਂ ਤੋਂ ਬਾਹਰ ਨਿਕਲਣ ਤੇ ਅਜਿਹੇ ਮੌਸਮ ਦੇ ਵਿੱਚ ਜੇਕਰ ਲੋਕ ਘਰਾਂ ਤੋਂ ਬਾਹਰ ਨਿਕਲਦੇ ਨੇ, ਖਾਸ ਕਰ ਜੋ ਟਰੱਕ ਡਰਾਈਵਰ ਨੇ, ਉਹ ਡਰਾਈਵਿੰਗ ਸਮੇਂ ਖਾਸ ਧਿਆਨ ਦੇਣ, ਕਿਉਂਕਿ ਸੜਕ ਦੇ ਉੱਪਰ ਕਾਫੀ ਜ਼ਿਆਦਾ ਤਿਲਕਣ ਹੁੰਦੀ ਹੈ। ਅਜਿਹੇ ਦੇ ਵਿੱਚ ਦੁਰਘਟਨਾਵਾਂ ਜਾਣੀ ਕਿ ਐਕਸੀਡੈਂਟ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਨਸਾਨਾਂ ਦੇ ਨਾਲ-ਨਾਲ ਜਾਨਵਰ ਵੀ ਕੋਵਿਡ-19 ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਤਾਜ਼ਾ ਮਾਮਲਾ ਬ੍ਰਿਟਿਸ਼ ਕੋਲੰਬੀਆ ਦੇ ਜੋ ਫਰੀਜ਼ਰ ਫਾਰਮ ਹੈ ਉੱਥੋਂ ਸਾਹਮਣੇ ਆਇਆ। ਮਿੰਕ ਜਿਹੜੇ ਨੇ ਉਹ ਕੋਵਿਡ-19 ਪੋਜ਼ਿਟਿਵ ਪਾਏ ਗਏ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜਾਂ ਫਿਰ ਕੁਝ ਹਫ਼ਤੇ ਪਹਿਲਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਦੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਇਨਸਾਨਾਂ ਦੇ ਨਾਲ-ਨਾਲ ਹੁਣ ਜਾਨਵਰ ਵੀ ਕਰੋਨਾ ਦੀ ਲਪੇਟ ਦੇ ਵਿੱਚ ਆ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਦੀ ਫਰੇਜ਼ਰ ਵੈਲੀ ਦੇ ਵਿੱਚ ਇੱਕ ਹੋਰ ਫਾਰਮ 'ਚ ਮਿੰਕ ਕਰੋਨਾ ਸੰਕਰਮਿਤ ਜਾਣੀ ਕਿ ਕੋਵਿਡ ਪੋਜ਼ਿਟਿਵ ਪਾਏ ਗਏ। ਮਿਨਿਸਟਰੀ ਆਫ ਐਗਰੀਕਲਚਰ, ਫੂਡ ਐਂਡ ਫਿਸ਼ਰੀਜ਼ ਨੇ ਇੱਕ ਰਿਲੀਜ਼ ਜਾਰੀ ਕੀਤੀ ਹੈ, ਜਿਸ ਵਿੱਚ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਇੱਕ ਫਾਰਮ ਦੇ ਵਿੱਚ ਇਹ ਮਾਮਲਾ ਸਾਹਮਣੇ ਆ ਚੁੱਕਾ ਹੈ। ਮੰਤਰਾਲੇ ਦੇ ਮੁਤਾਬਕ 19 ਤੋਂ 23 ਦਸੰਬਰ ਦਰਮਿਆਨ ਫਾਰਮ ਦੇ 1000 ਤੋਂ ਵੱਧ ਜਾਨਵਰਾਂ ਦੇ ਵਿੱਚੋਂ 23 ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿੱਚੋਂ 3 ਮਿੰਕ SARS-CoV-2 ਦੇ ਨਾਲ ਸੰਕਰਮਿਤ ਪਾਏ ਗਏ, ਜੋ ਇਨਸਾਨਾਂ ਦੇ ਵਿੱਚ ਕੋਵਿਡ-19 ਦਾ ਕਾਰਨ ਬਣਦਾ ਹੈ। ਫਿਲਹਾਲ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਮਿੰਕ ਵਾਇਰਸ ਦੇ ਨਾਲ ਕਿਵੇਂ ਪ੍ਰਭਾਵਿਤ ਹੋਏ। ਫਿਲਹਾਲ ਮੰਤਰਾਲੇ ਵੱਲੋਂ ਇਸ ਸਭ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਬ੍ਰਿਟਿਸ਼ ਕੋਲੰਬੀਆ ਨੇ ਫਰੇਜ਼ਰ ਵੈਲੀ ਦੇ ਫਾਰਮ ਦੇ ਵਿੱਚ ਜਾਨਵਰਾਂ ਦੇ ਸੰਪਰਕ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਆਉਣ ਦੇ ਉੱਪਰ ਰੋਕ ਲਗਾ ਦਿੱਤੀ ਹੈ ਅਤੇ ਫਾਰਮ ਨਿਗਰਾਨੀ ਦੇ ਵਿੱਚ ਰਹੇਗਾ। ਰਿਲੀਜ਼ ਦੇ ਮੁਤਾਬਕ ਹੁਣ ਤੱਕ ਫਾਰਮ ਦਾ ਕੋਈ ਵੀ ਵਰਕਰ ਕਰੋਨਾ ਪੋਜ਼ਿਟਿਵ ਨਹੀਂ ਪਾਇਆ ਗਿਆ। ਦੱਸੀਏ ਕਿ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਫਰੇਜ਼ਰ ਵੈਲੀ ਦੇ ਇੱਕ ਹੋਰ ਮਿੰਕ ਫਾਰਮ ਦੇ ਵਿੱਚ ਕੋਵਿਡ-19 ਦੇ ਮਾਮਲੇ ਪਾਏ ਗਏ ਸਨ। ਉਸ ਫਾਰਮ ਦੇ ਵਿੱਚ ਘੱਟੋ-ਘੱਟ 200 ਮਿੰਕ ਦੀ ਅਚਾਨਕ ਮੌਤ ਹੋ ਗਈ ਸੀ ਅਤੇ ਫਾਰਮ ਦੇ ਨਾਲ ਜੁੜੇ ਕੁੱਲ 17 ਵਿਅਕਤੀ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਸਨ। ਬ੍ਰਿਟੇਨ ਦੇ ਵਿੱਚ ਕੋਵਿਡ-19 ਦਾ ਨਵਾਂ ਸਟ੍ਰੇਨ ਮਿਲਿਆ ਤੇ ਇਸ ਦੇ ਨਾਲ ਬਾਕੀ ਦੇਸ਼ਾਂ ਦੇ ਵਿੱਚ ਵੀ ਚਿੰਤਾ ਵੱਧ ਗਈ, ਜਿਸ ਦੇ ਚੱਲਦਿਆਂ ਫਲਾਈਟਸ ਦੇ ਉੱਪਰ ਰੋਕ ਲਗਾ ਦਿੱਤੀ ਗਈ। ਅਮਰੀਕਾ ਵੱਲੋਂ ਹੁਣ ਇਹ ਗੱਲ ਕਹੀ ਗਈ ਹੈ ਕਿ ਜੇਕਰ ਕੋਈ ਇੱਥੋਂ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣਾ ਜਾਣੀ ਕਿ ਯਾਤਰੀਆਂ ਦੇ ਵਾਸਤੇ ਕੋਵਿਡ-19 ਦਾ ਟੈਸਟ ਦਿਖਾਉਣਾ ਲਾਜ਼ਮੀ ਹੋਏਗਾ। ਜੇਕਰ ਕਿਸੇ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਸ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸਕਾਰਬਰੋ ਦੇ ਕੇਅਰ ਸੈਂਟਰ ਦੇ ਵਿੱਚ ਅੱਧੇ ਤੋਂ ਜ਼ਿਆਦਾ ਲੋਕ ਕਰੋਨਾ ਪੋਜ਼ਿਟਿਵ ਪਾਏ ਗਏ ਹਨ ਅਤੇ ਮਾਮਲਾ ਨਾਰਥ ਯਾਰਕ ਜਨਰਲ ਹਸਪੀਟਲ ਸਕਾਰਬਰੋ ਤੋਂ ਸਾਹਮਣੇ ਆਇਆ, ਜਿੱਥੋਂ ਦੇ ਲੌਂਗ ਟਰਮ ਕੇਅਰ ਸੈਂਟਰ ਦੇ ਵਿੱਚ ਅੱਧੇ ਜਾਣਿਆਂ ਦੇ ਕਰੋਨਾ ਟੈਸਟ ਪੋਜ਼ਿਟਿਵ ਪਾਏ ਗਏ। ਟੈਂਡਰ ਕੇਅਰ ਲਿਵਿੰਗ ਸੈਂਟਰ ਦੇ ਵਿੱਚ ਲਗਭਗ 256 ਬੈੱਡ ਲੱਗੇ ਹਨ ਅਤੇ ਇਹਨਾਂ ਵਿੱਚੋਂ 121 ਲੋਕਾਂ ਦਾ ਕਰੋਨਾ ਟੈਸਟ ਪੋਜ਼ਿਟਿਵ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ 26 ਲੋਕਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਲੌਂਗ ਕੇਅਰ ਸੈਂਟਰ ਸੰਬੰਧੀ ਮੰਤਰਾਲੇ ਨੇ ਹੋਰ ਸਟਾਫ ਨੂੰ ਭੇਜਿਆ ਹੈ ਤਾਂ ਕਿ ਜੋ ਇੱਥੇ ਮਰੀਜ਼ ਨੇ ਉਹਨਾਂ ਦਾ ਇਲਾਜ ਕੀਤਾ ਜਾ ਸਕੇ। ਮੰਤਰਾਲੇ ਨੇ ਕਿਹਾ ਕਿ ਇਸ ਮਾਮਲੇ ਨੂੰ ਬਹੁਤ ਧਿਆਨ ਦੇ ਨਾਲ ਜਾਂਚਿਆ ਜਾ ਰਿਹਾ ਹੈ ਤੇ ਦੇਖਿਆ ਜਾ ਰਿਹਾ ਹੈ। ਇੰਨੇ ਜ਼ਿਆਦਾ ਲੋਕ ਕਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਇਸ ਦੇ ਲਈ ਉਹ ਸਟਾਫ, ਦਵਾਈਆਂ ਅਤੇ ਹੋਰ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਕੰਮ ਕਰ ਰਹੇ ਨੇ। ਉਹਨਾਂ ਆਸ ਪ੍ਰਗਟ ਕੀਤੀ ਹੈ ਕਿ ਕਰੋਨਾ ਪੀੜਤਾਂ ਦਾ ਇਲਾਜ ਕਰਕੇ ਜਲਦ ਹੀ ਉਹਨਾਂ ਨੂੰ ਸਿਹਤਯਾਬ ਜਾਣੀ ਕਿ ਤੰਦਰੁਸਤ ਕਰ ਲਿਆ ਜਾਵੇਗਾ ਅਤੇ ਹੋਰਾਂ ਨੂੰ ਇਸ ਵਾਇਰਸ ਤੋਂ ਬਚਾਅ ਦੇ ਲਈ ਜਲਦੀ ਕਰੋਨਾ ਵੈਕਸੀਨ ਵੀ ਲੱਗਣਗੇ। ਦੱਸੀਏ ਕਿ ਹਾਲ ਹੀ ਦੇ ਵਿੱਚ ਕੈਨੇਡਾ ਵੱਲੋਂ ਕੋਵਿਡ-19 ਦੀ ਦੂਸਰੀ ਵੈਕਸੀਨ ਮੋਡਰਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ ਕੱਲ ਇਸ ਦਾ ਪਹਿਲਾ ਬੈਚ ਪਹੁੰਚ ਚੁੱਕਿਆ ਹੈ। ਇਸ ਦੀ ਤਸਵੀਰ ਖੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਸਾਂਝੀ ਕੀਤੀ ਗਈ ਸੀ, ਜਿੱਥੇ ਉਹਨਾਂ ਦੱਸਿਆ ਕਿ ਮੋਡਰਨਾ ਵੈਕਸੀਨ ਦਾ ਪਹਿਲਾ ਬੈਚ ਕੈਨੇਡਾ ਦੀ ਧਰਤੀ ਦੇ ਉੱਪਰ ਪਹੁੰਚ ਚੁੱਕਾ ਹੈ ਤੇ ਇਸ ਦੀ ਸ਼ੁਰੂਆਤ ਵੀ ਜਲਦ ਕੀਤੀ ਜਾਏਗੀ, ਜਾਣੀ ਕਿ ਜਲਦ ਹੀ ਇਹ ਟੀਕਾ ਕੈਨੇਡੀਅਨਸ ਨੂੰ ਦਿੱਤਾ ਜਾਵੇਗਾ। ਲਗਾਤਾਰ ਅਜੇ ਵੀ ਕੈਨੇਡਾ ਦੇ ਵਿੱਚ ਜ਼ਿਆਦਾ ਕੋਵਿਡ-19 ਦੇ ਕੇਸਿਸ ਸਾਹਮਣੇ ਆ ਰਹੇ ਹਨ। ਓਨਟਾਰੀਓ ਦੇ ਵਿੱਚ ਅਜੇ ਵੀ 2000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਚਾਹੇ ਕੈਨੇਡਾ 'ਚ 2 ਵੈਕਸੀਨ ਆ ਚੁੱਕੀਆਂ ਨੇ, ਜਾਣੀ ਹਾਲ ਹੀ ਦੇ ਵਿੱਚ ਮੋਡਰਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਤੋਂ ਬਾਅਦ ਉਸ ਦਾ ਪਹਿਲਾ ਬੈਚ ਵੀ ਪਹੁੰਚ ਗਿਆ, ਪਰ ਅਜਿਹੇ 'ਚ ਫਿਰ ਵੀ ਕੇਸਿਸ ਦਾ ਆਉਣ ਦਾ ਸਿਲਸਿਲਾ ਅਜੇ ਵੀ ਬਰਕਰਾਰ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਓਨਟਾਰੀਓ ਦੇ ਵਿੱਚ 24 ਘੰਟਿਆਂ ਦੌਰਾਨ 2447 ਨਵੇਂ ਕੋਵਿਡ ਕੇਸ ਸਾਹਮਣੇ ਆਏ। 49 ਲੋਕਾਂ ਦੀ ਇੱਥੇ ਮੌਤ ਵੀ ਦਰਜ ਕੀਤੀ ਗਈ ਹੈ।
ਦੱਸੀਏ ਕਿ ਕੱਲ੍ਹ ਤੋਂ ਓਨਟਾਰੀਓ ਦੇ ਵਿੱਚ ਸਖਤ ਪਾਬੰਦੀਆਂ ਲੱਗਣ ਜਾ ਰਹੀਆਂ ਹਨ, ਜਿਸ ਦਾ ਐਲਾਨ ਪ੍ਰੀਮੀਅਰ ਡਗਫੋਰਡ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ। 646 ਮਾਮਲੇ ਟੋਰਾਂਟੋ ਤੋਂ, 502 ਮਾਮਲੇ ਪੀਲ ਰੀਜਨ ਤੋਂ, 173 ਵਿੰਜ਼ਰ ਐਸੈਕਸ ਤੋਂ, 263 ਯਾਰਕ ਰੀਜਨ ਤੋਂ, 101 ਮਿਲਟਨ ਰੀਜਨ ਤੋਂ ਸਾਹਮਣੇ ਆਏ ਹਨ। ਅਜਿਹੇ ਦੇ ਵਿੱਚ ਜੋ ਰੋਜ਼ਾਨਾ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਤੇ ਕਿਹਾ ਜਾ ਰਿਹਾ ਸੀ ਕਿ ਜੇਕਰ ਪਾਬੰਦੀਆਂ ਨਹੀਂ ਕੀਤੀਆਂ ਗਈਆਂ ਤਾਂ ਇਹਨਾਂ ਮਾਮਲਿਆਂ ਦੀ ਗਿਣਤੀ ਵੱਧ ਸਕਦੀ ਹੈ। ਇਸੇ ਦੇ ਚੱਲਦਿਆਂ ਕਦਮ ਚੁੱਕਿਆ ਗਿਆ ਹੈ। 9 ਜਨਵਰੀ ਤੱਕ ਲਾਕਡਾਊਨ ਦਾ ਐਲਾਨ ਕੀਤਾ ਗਿਆ। ਕਿਊਬੈਕ ਦੇ ਵਿੱਚ 24 ਘੰਟਿਆਂ ਦੌਰਾਨ 2349 ਕੋਵਿਡ ਕੇਸ ਸਾਹਮਣੇ ਆਏ। ਨਾਲ ਹੀ 46 ਲੋਕਾਂ ਦੀ ਜਾਨ ਵੀ ਇੱਥੇ ਇਸ ਵਾਇਰਸ ਕਾਰਨ ਗਈ ਹੈ। 1,85,872 ਦੇ ਕਰੀਬ ਹੁਣ ਤੱਕ ਕਰੋਨਾ ਵਾਇਰਸ ਦੇ ਕੇਸ ਇੱਥੇ ਸਾਹਮਣੇ ਆ ਚੁੱਕੇ ਹਨ ਤੇ ਹੁਣ ਤੱਕ 7,913 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। 1,052 ਲੋਕ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਚੋਂ 146 ਇੰਟੈਂਸਿਵ ਕੇਅਰ ਅਧੀਨ ਹਨ। 5,35,000 ਦੇ ਕਰੀਬ ਹੁਣ ਤੱਕ ਕੁੱਲ ਮਾਮਲੇ ਕੈਨੇਡਾ ਦੇ ਵਿੱਚ ਸਾਹਮਣੇ ਆ ਚੁੱਕੇ ਹਨ। 14,720 ਜਾਣਿਆਂ ਦੀ ਹੁਣ ਤੱਕ ਇੱਥੇ ਇਸ ਵਾਇਰਸ ਕਾਰਨ ਜਾਨ ਜਾ ਚੁੱਕੀ ਹੈ। 4,44,000 ਮਰੀਜ਼ ਹੁਣ ਤੱਕ ਇੱਥੇ ਕੋਵਿਡ-19 ਵਾਇਰਸ ਨੂੰ ਮਾਤ ਦੇ ਚੁੱਕੇ ਹਨ, ਜਾਣੀ ਕਿ ਰਿਕਵਰਡ ਕੇਸਿਸ ਕੈਨੇਡਾ ਦੇ ਵਿੱਚ ਨੇ। ਨਾਲ ਹੀ ਜਾਣਕਾਰੀ ਦੇ ਦਈਏ ਕਿ ਕੈਨੇਡਾ ਦੇ ਕੋਲ ਹੁਣ 2 ਕੋਵਿਡ-19 ਦੀਆਂ ਵੈਕਸੀਨ ਆ ਚੁੱਕੀਆਂ ਨੇ। ਹੈਲਥ ਕੈਨੇਡਾ ਵੱਲੋਂ ਪਹਿਲਾਂ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਗਈ ਸੀ ਤੇ ਹਾਲ ਹੀ ਦੇ ਵਿੱਚ ਮੋਡਰਨਾ ਵੈਕਸੀਨ ਨੂੰ ਅਪਰੂਵ ਕੀਤਾ ਗਿਆ, ਜਿਸ ਤੋਂ ਬਾਅਦ ਮੋਡਰਨਾ ਵੈਕਸੀਨ ਦਾ ਪਹਿਲਾ ਬੈਚ ਵੀ ਕੈਨੇਡਾ ਪਹੁੰਚ ਚੁੱਕਾ ਹੈ, ਜਿਸ ਦੀ ਵੈਕਸੀਨੇਸ਼ਨ ਵੀ ਜਲਦ ਹੀ ਸ਼ੁਰੂ ਕੀਤੀ ਜਾਵੇਗੀ। ਹੈਮਿਲਟਨ ਦੀ ਸਟੀਲ ਫੈਕਟਰੀ ਦੇ ਵਿੱਚ ਇੱਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਲਾਸਟ ਇੰਨਾ ਜ਼ਿਆਦਾ ਭਿਅੰਕਰ ਸੀ ਕਿ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਹੈ ਤੇ ਹਵਾ ਦੇ ਵਿੱਚ ਭੂਰੇ ਰੰਗ ਦੇ ਬੱਦਲ ਵੀ ਦਿਖਾਈ ਦਿੱਤੇ। ਆਸ-ਪਾਸ ਦੇ ਜੋ ਲੋਕ ਮੌਜੂਦ ਸਨ ਉਹਨਾਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪਰ ਇਸ ਮੌਕੇ ਰਾਹਤ ਦੀ ਖਬਰ ਇਹ ਹੈ ਕਿ ਇਸ ਵਿੱਚ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹੈਮਿਲਟਨ ਸਟੀਲ ਫੈਕਟਰੀ ਦੇ ਵਿੱਚ ਵੱਡਾ ਧਮਾਕਾ ਹੋਇਆ ਹੈ, ਪਰ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਸੀ ਜਾਣਕਾਰੀ ਹੈਮਿਲਟਨ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਦੱਸਿਆ ਕਿ ਅੱਜ ਇੱਥੇ ਸਟੀਲ ਫੈਕਟਰੀ ਦੇ ਵਿੱਚ ਧਮਾਕਾ ਹੋਇਆ। ਹੈਮਿਲਟਨ ਦੇ ਵਿੱਚ ਵਾਟਰਫਰੰਟ ਇੰਡਸਟਰੀਅਲ ਜ਼ੋਨ ਦੇ ਵਿੱਚ ਭੂਰੇ ਰੰਗ ਦੇ ਧੂਏ ਦੇ ਬੱਦਲ ਦੇਖੇ ਗਏ। ਇਸ ਮੌਕੇ ਹੈਮਿਲਟਨ ਫਾਇਰ ਮੌਕੇ ਦੇ ਉੱਪਰ ਪਹੁੰਚੀ। ਪਹਿਲਾਂ ਆਫੀਸ਼ੀਅਲਸ ਨੂੰ ਲੱਗਿਆ ਕਿ ਬਲਾਸਟ ਸਟੀਲਕੋ ਹੈਮਿਲਟਨ ਵਰਕਸ ਦੇ ਵਿੱਚ ਹੋਇਆ, ਜਦਕਿ ਇਹ ਦੂਸਰੀ ਜਗ੍ਹਾ ਦੇ ਉੱਪਰ ਹੋਇਆ ਸੀ। ਰਾਹਤ ਦੀ ਖਬਰ ਇਹ ਹੈ ਕਿ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਆਸ-ਪਾਸ ਵਾਲੇ ਲੋਕਾਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਦੱਸਿਆ ਕਿ ਬਲਾਸਟ ਇਸ ਤਰ੍ਹਾਂ ਦਾ ਸੀ ਕਿ ਆਸ-ਪਾਸ ਵੀ ਕਾਫੀ ਜ਼ਿਆਦਾ ਉੱਚੀ ਇਸ ਦੀ ਆਵਾਜ਼ ਸੁਣਾਈ ਦਿੱਤੀ ਹੈ। ਫੈਕਟਰੀ ਦੇ ਨਾਲ ਸੰਬੰਧਿਤ ਲੋਕਾਂ ਵੱਲੋਂ ਵੀ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਦੇ ਧੂਏ ਦੇ ਬੱਦਲ ਉੱਥੇ ਦੇਖੇ ਗਏ ਤੇ ਨਾਲ ਹੀ ਇਸ ਧਮਾਕੇ ਨੂੰ ਲੈ ਕੇ ਵੀ ਆਪਣੀ ਗੱਲ ਉਹ ਰੱਖਦੇ ਹੋਏ ਨਜ਼ਰ ਆਏ ਨੇ। ਪਰ ਫਿਲਹਾਲ ਜੋ ਜਾਣਕਾਰੀ ਮਿਲੀ ਹੈ ਉਸ ਤੋਂ ਬਾਅਦ ਰਾਹਤ ਦੀ ਖਬਰ ਤਾਂ ਇਹੀ ਸਾਹਮਣੇ ਆਈ ਹੈ ਕਿ ਇਸ ਦੇ ਵਿੱਚ ਕਿਸੇ ਤਰ੍ਹਾਂ ਵੀ ਕਿਸੇ ਜਾਨੀ ਨੁਕਸਾਨ ਦੀ ਜਾਨੀ ਕਿਸੇ ਦੇ ਇੰਜਰ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਸੋ ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੱਲ ਤੋਂ ਲੱਗਣਗੀਆਂ ਓਨਟਾਰੀਓ ਦੇ ਵਿੱਚ ਪਾਬੰਦੀਆਂ। ਇਸ ਵਾਰ ਦਾ ਕ੍ਰਿਸਮਸ ਹੈ ਆਮ ਨਾਲੋਂ ਵੱਖ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ। ਹੈਮਿਲਟਨ ਸਟੀਲ ਫੈਕਟਰੀ ਦੇ ਵਿੱਚ ਵਾਪਰਿਆ ਹਾਦਸਾ, ਬਲਾਸਟ ਦੇ ਵਿੱਚ ਨਹੀਂ ਹੋਇਆ ਕੋਈ ਜਾਨੀ ਨੁਕਸਾਨ। ਅਮਰੀਕਾ ਦੇ ਵਿੱਚ ਖੇਤੀ ਕਾਨੂੰਨਾਂ ਖਿਲਾਫ ਵੱਡਾ ਕਦਮ, ਕਿਹਾ ਪੋਂਪੀਓ ਦੇਣ ਇਸ ਦੇ ਵਿੱਚ ਦਖਲ। ਜੋ ਬਾਈਡਨ ਦਾ ਕ੍ਰਿਸਮਸ ਮੌਕੇ ਖਾਸ ਸੁਨੇਹਾ, ਕਿਹਾ ਆਓ ਕਰੀਏ ਬਾਕੀਆਂ ਦੀ ਮਦਦ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।